ਨਵੰਬਰ 1984 ਉਹ ਕਾਲਾ ਦੌਰ ਜਿਸ ਨੂੰ ਸਿੱਖ ਇਤਿਹਾਸ ਦੇ ਵਿੱਚ ਕਾਲੇ ਦੌਰ ਦੇ ਵਜੋਂ ਜਾਣਿਆ ਜਾਂਦਾ ਹੈ। ਜੋ ਕੁਝ ਉਸ ਵੇਲੇ ਵਾਪਰਿਆ ਸ਼ਾਇਦ ਕੋਈ ਅਣਜਾਣ ਨਾ ਹੋਵੇ ਉਹਨਾਂ ਹਾਲਾਤਾਂ ਤੋਂ। ਦਿੱਲੀ ਦੇ ਵਿੱਚ ਜੋ ਕੁਝ ਵਾਪਰਿਆ ਉਸ ਦੀ ਚਰਚਾ ਹੁੰਦੀ ਹੈ, ਪਰ ਦਾਅਵਾ ਕੀਤਾ ਜਾਂਦਾ ਹੈ ਕਿ ਕੱਲਾ ਦਿੱਲੀ ਨਹੀਂ, ਦੇਸ਼ ਭਰ ਦੇ ਇੱਕ ਦੋ ਸੂਬਿਆਂ ਨੂੰ ਛੱਡ ਕੇ ਜ਼ਿਆਦਾਤਰ ਸੂਬਿਆਂ ਦੇ ਵਿੱਚ ਸਿੱਖ ਨਸਲਕੁਸ਼ੀ ਕੀਤੀ ਗਈ। ਇਸ ਪੂਰੇ ਮੁੱਦੇ ਤੇ ਖੋਜ ਕੀਤੀ ਗਈ ਹੈ। ਕੁਝ ਸਟੇਟਾਂ ਦੇ ਵਿੱਚ ਜਾ ਕੇ ਪੜਤਾਲ ਕੀਤੀ ਗਈ ਹੈ। 6 ਸੂਬਿਆਂ ਦੇ ਨਾਲ ਜੁੜੇ ਅੰਕੜੇ ਇਕੱਠੇ ਕੀਤੇ ਗਏ ਨੇ ਤੇ ਅੰਕੜੇ ਇਕੱਠੇ ਕਿਸ ਨੇ ਕੀਤੇ ਨੇ, ਸਾਡੇ ਨਾਲ ਮੌਜੂਦ ਨੇ ਗੁਰਜੰਟ ਸਿੰਘ ਹੋਣੀ। ਗੁਰਜੰਟ ਸਿੰਘ ਹੋਰਾਂ ਨੇ 6 ਵੱਖ-ਵੱਖ ਸੂਬਿਆਂ ਦੇ ਵਿੱਚ ਜਾ ਕੇ ਉਹ ਅੰਕੜੇ ਇਕੱਠੇ ਕੀਤੇ, ਤੱਥ ਇਕੱਠੇ ਕੀਤੇ ਤਾਂ ਕਿ ਉਹਨਾਂ ਵਾਕਿਆ ਦੇ ਨਾਲ ਜਾਣੂ ਕਰਵਾਇਆ ਜਾ ਸਕੇ ਸਭ ਨੂੰ। ਔਰ ਇੱਕ ਕਿਤਾਬ ਲਿਖੀ ਗਈ ਆ, ਸਿੱਖ ਨਸਲਕੁਸ਼ੀ ਦਾ ਖੁਰਾ ਖੋਜ ਕੀਤੀ ਹੈ ਗੁਰਜੰਟ ਸਿੰਘ ਹੋਰਾਂ ਨੇ। ਔਰ ਇਹ ਕਿਤਾਬ ਜਿਸ ਦੇ ਹੱਥ ਦੇ ਵਿੱਚ ਦੇਖ ਰਹੇ ਹੋ ਪ੍ਰੋਫੈਸਰ ਸੁਖਜੀਤ ਸਿੰਘ ਨੇ, ਇਹਨਾਂ ਨੇ ਆਪਣੀ ਕਲਮ ਦੇ ਨਾਲ ਇਸ ਪੂਰੀ ਦਾਸਤਾਨ ਨੂੰ ਇੱਕ ਕਿਤਾਬ ਦੇ ਰੂਪ ਦੇ ਵਿੱਚ ਪਰੋ ਦਿੱਤਾ ਹੈ ਤਾਂ ਕਿ ਇਸ ਨੂੰ ਇਤਿਹਾਸ ਦਾ ਹਿੱਸਾ ਬਣਾਇਆ ਜਾ ਸਕੇ। ਸਭ ਤੋਂ ਪਹਿਲਾਂ ਗੁਰਜੰਟ ਸਿੰਘ ਨੇ ਜਾਣਿਆ। ਗੁਰਜੰਟ ਸਿੰਘ ਜੀ, ਕਿੱਥੇ ਕਿੱਥੇ ਤੁਸੀਂ ਗਏ ਔਰ ਪਹਿਲੀ ਗੱਲ ਜ਼ਿਹਨ ਦੇ ਵਿੱਚ ਕੀ ਆਇਆ ਕਿ ਤੁਹਾਨੂੰ ਲੱਗਿਆ ਕਿ ਇਹ ਪੜਤਾਲ ਹੋਣੀ ਚਾਹੀਦੀ ਹੈ, ਕਿਉਂਕਿ ਦਿੱਲੀ ਦੀ ਚਰਚਾ ਹਮੇਸ਼ਾ ਹੁੰਦੀ ਹੈ। ਤੁਹਾਨੂੰ ਕੀ ਇਸ ਬਾਰੇ ਸ਼ੰਕਾ ਸੀ ਜਾਂ ਤੁਸੀਂ ਕਿਤੋਂ ਤੁਹਾਨੂੰ ਪਤਾ ਲੱਗਿਆ ਕਿ ਇਹਨਾਂ ਸੂਬਿਆਂ ਦੇ ਵਿੱਚ ਵੀ ਜਾਣਾ ਬਣਦਾ ਹੈ ਤੇ ਸ਼ਾਇਦ ਇਹਨਾਂ ਨੂੰ ਅੱਖੋਂ ਪਰੋਖੇ ਕਰਤਾ? ਵਾਹਿਗੁਰੂ ਜੀ, ਅਸੀਂ ਕੁਝ ਸਮਾਂ ਪਹਿਲੇ ਇੱਕ ਨਕਸ਼ਾ ਆਇਆ ਸੀਗਾ, ਕੁਝ ਉਹ ਤੇ ਕੋ ਦੱਸਿਆ ਸੀ ਵੀ 21 ਸਟੇਟਾਂ 'ਚ ਸਿੱਖਾਂ ਦਾ ਨੁਕਸਾਨ ਹੋਇਆ ਹੈਗਾ, ਪਰ ਉਹ ਜਾਣਕਾਰੀ ਕਿਤੇ ਨਹੀਂ ਸੀ। ਤੋਂ ਇਸੇ ਕਰਕੇ ਅਸੀਂ ਸ਼ੁਰੂ ਕੀਤਾ ਹੈਗਾ ਸੀਗਾ। ਅਸੀਂ ਸ਼ੁਰੂ ਐਮਪੀ ਤੋਂ ਹੀ ਕੀਤਾ ਸੀਗਾ। ਐਮਪੀ ਤੋਂ ਗਵਾਲੀਅਰ ਤੋਂ ਸ਼ੁਰੂ ਕੀਤਾ ਸੀ, ਪਰ ਸਹੀ ਪਤਾ ਲੱਗਦਾ ਗਿਆ। ਅਸੀਂ ਅੱਗੇ ਜਾਂਦੇ ਰਹੇ ਤੋਂ ਲਗਭਗ ਹਰੇਕ ਸਟੇਟ 'ਚ ਹੀ ਨੁਕਸਾਨ ਹੁੰਦਾ ਗਿਆ। ਸ਼ੁਰੂ ਅਸੀਂ ਇਕੱਲਾ ਗਵਾਲੀਅਰ ਤੋਂ ਕੀਤਾ ਸੀ ਵੀ ਗਵਾਲੀਅਰ ਦੇ ਐਮਪੀ ਤੋਂ ਦੇਖਾਂਗੇ, ਪਰ ਜਿਵੇਂ ਅਸੀਂ ਅੱਗੇ ਜਾਂਦੇ ਰਹੇ ਤੋਂ ਜਿਵੇਂ ਜਾਂਦੇ ਸਭ ਥਾਂ ਹੀ ਹੁੰਦਾ ਰਿਹਾ। ਕਿਸੇ ਥੋੜਾ ਸੀ ਬਹੁਤਾ ਸੀ, ਪਰ ਸਭ ਥਾਵਾਂ ਤੇ ਹੈਗਾ ਸੀ ਇਹ ਚੀਜ਼। ਕਿੰਨੇ ਸੂਬੇ ਦੇ ਵਿੱਚ, ਜਿਸ ਤਰ੍ਹਾਂ ਪਹਿਲਾਂ 6 ਦਾ ਮੈਂ ਜ਼ਿਕਰ ਕੀਤਾ, ਉਹ ਕਿਹੜੇ ਸੂਬੇ ਆ ਜਿੱਥੇ ਤੁਸੀਂ ਗਏ ਤੇ ਕਿਹੜੇ ਸੂਬੇ 'ਚ ਤੁਹਾਨੂੰ ਲੱਗਿਆ ਕਿ ਦਿੱਲੀ ਤੋਂ ਬਾਅਦ ਕਿ ਇਹ ਸੂਬੇ ਦੇ ਵਿੱਚ ਵੀ ਘੱਟ ਨਹੀਂ ਕੀਤੀ ਗਈ ਸਿੱਖਾਂ ਨਾਲ? ਦੇਖੋ ਇਹ ਸੂਬਿਆਂ ਦਾ ਐਮਪੀ ਹੋਏਗਾ ਸੀਗਾ ਜੀ, ਛੱਤੀਸਗੜ੍ਹ ਹੈਗਾ, ਉੜੀਸਾ, ਆਂਧਰਾ, ਤਾਮਿਲਨਾਡੂ, ਹੈਦਰਾਬਾਦ ਬੈਲਟ ਹੈਗੀ ਆ। ਘੱਟ ਲਗਭਗ ਪੈਟਰਨ ਸੇਮ ਹੀ ਸੀਗਾ। ਸਿੱਖਾਂ ਦੀ ਕਿਸਮਤ ਕਹਿ ਲਓ ਜਾਂ ਸਿੱਖਾਂ ਦੀ ਬਹਾਦਰੀ ਕਹਿ ਲਓ, ਬਹੁਤ ਥਾਵਾਂ ਤੇ ਸਿੱਖਾਂ ਨੇ ਮੁਕਾਬਲਾ ਕਰਕੇ ਕੋਈ ਚੀਜ਼ ਰੋਕ ਲਈ ਹੈਗੀ ਆ। ਤੋਂ ਕੋਸ਼ਿਸ਼ ਸਭ ਥਾਵਾਂ ਤੇ ਇੱਕੋ ਜਿਹੀ ਹੋਈ ਆ। ਮਹਾਰਾਜ ਦੀਆਂ ਬੇਅਦਬੀਆਂ ਉਵੇਂ ਹੋਈਆਂ, ਸਿੱਖਾਂ ਦਾ ਆਰਥਿਕ ਨੁਕਸਾਨ, ਜਾਨੀ ਨੁਕਸਾਨ ਨੇ ਦਿੱਲੀ ਵਾਂਗੂ ਹੀ ਹੋਇਆ, ਪਰ ਮਹਾਰਾਜ ਦੀ ਬਖਸ਼ਿਸ਼ ਕਹਿ ਲਓ, ਜਿੱਥੇ ਸਿੱਖ ਬਚ ਗਿਆ ਆਪਦੀ ਬਹਾਦਰੀ ਕਰਕੇ ਤੇ ਮਹਾਰਾਜ ਦੀ ਕਿਰਪਾ ਕਰਕੇ ਬਚੇ ਹੈਗੇ ਆ। ਉਹ ਇਹ ਵੀ ਚੀਜ਼ ਜਿਹੜੀ ਨੁਕਸਾਨ ਵੱਲੋਂ ਕੋਸ਼ਿਸ਼ ਕਰਨ ਨੂੰ ਕਿਤੇ ਤਾਂ ਦੇ ਕਸਰ ਨਹੀਂ ਛੱਡੀ ਗਈ, ਸਭ ਜਗ੍ਹਾ ਹੀ ਹੋਈ ਹੈ ਕੋਸ਼ਿਸ਼। ਤੁਸੀਂ ਇਹ ਮੰਨ ਕੇ ਚੱਲੇ ਸੀ ਕਿ ਸਾਰੇ ਥਾਵਾਂ ਤੇ ਜਾਣਾ, ਜਾਂ ਫਿਰ ਜਦੋਂ ਇਕੱਲਾ ਮੱਧ ਪ੍ਰਦੇਸ਼ ਦੇ ਵਿੱਚ ਗਏ, ਗਵਾਲੀਅਰ ਦੇ ਵਿੱਚ ਗਏ ਤਾਂ ਜਾਂ ਫਿਰ ਉੱਥੇ ਤੁਹਾਨੂੰ ਐਸੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਕਿ ਉਸ ਤੋਂ ਬਾਅਦ ਤੁਸੀਂ ਅੱਗੇ ਦੀ ਅੱਗੇ ਵੱਧਦੇ ਗਏ? ਕਿਉਂਕਿ ਵਾਹਿਗੁਰੂ ਜੀ, ਸਿੱਖਾਂ ਦਾ ਬਹੁਤਾ ਕੰਮ ਪੰਜਾਬ ਤੋਂ ਬਾਹਰ ਬਹੁਤ ਵੱਡਾ ਹਿੱਸਾ ਟਰਾਂਸਪੋਰਟ 'ਚ ਰਿਹਾ ਜੀ। ਜਦੋਂ ਅਸੀਂ ਐਮਪੀ 'ਚ ਗਏ, ਐਮਪੀ ਜਾ ਕੇ ਗੱਲ ਕਰਨੀ ਉਹ ਕਹਿੰਦਾ ਸਾਡੇ ਟਰੱਕ ਫਲਾਨੀ ਸਟੇਟ ਵਿੱਚ ਚੱਲਦੇ, ਫਲਾਨੀ ਉੱਥੇ ਵੀ ਨੁਕਸਾਨ ਹੈ, ਤੁਸੀਂ ਉੱਥੇ ਜਾ ਕੇ ਪਤਾ ਕਰੋ। ਕੁਝ ਕਮੇਟੀਆਂ ਨੂੰ ਮਿਲੇ, ਗੁਰਦੁਆਰਿਆਂ ਨੂੰ, ਸਿੱਖਾਂ ਦੇ ਪ੍ਰਵਾਸ ਕਰਕੇ ਬਹੁਤ ਥਾਵਾਂ ਸ਼ਿਫਟ ਹੋਈਆਂ, ਉੱਥੇ ਚੀਜ਼ਾਂ ਨਿਕਲਦੀਆਂ ਰਹੀਆਂ। ਉਸ ਤੋਂ ਸਹੀ ਸੀ ਫਿਰ ਜਿਵੇਂ ਅੱਗੇ ਬਣਦੀ ਗਈ, ਮਾਲਕ ਕਿਰਪਾ ਕਰਦਾ ਗਿਆ, ਉਹ ਮਾਲਕ ਆਪਣੀ ਮਿਹਰ ਕਰਕੇ ਕੋਈ ਥਾਵਾਂ ਤੇ ਲਈ ਜਾਂਦੇ ਰਹੇ। ਇਹ ਪਹਿਲਾਂ ਜ਼ਿਹਨ ਦੇ ਵਿੱਚ ਚੱਲ ਰਿਹਾ ਸੀ ਕਿ ਡਾਟਾ ਸਾਰਾ ਨਾਲ ਦੀਆਂ ਲਿਖਦੇ ਗਏ, ਡਾਕੂਮੈਂਟ ਇਕੱਠੇ ਕਰਦੇ ਗਏ ਕਿ ਇਹਨੂੰ ਇੱਕ ਕਿਤਾਬ ਦਾ ਰੂਪ ਦੇਣਾ? ਸਾਡੀ ਪਹਿਲੀ ਕੋਸ਼ਿਸ਼ ਸੀ ਇਹਨੂੰ ਡਾਕੂਮੈਂਟਰੀ ਕਰਨ ਦੀ। ਸਾਨੂੰ ਇਹ ਥਾਂ ਬਹੁਤ ਛੋਟਾ ਹੋਊਗਾ ਇਹ, ਪਰ ਜਦੋਂ ਅਸੀਂ ਦੇਖਿਆ ਵੀ ਡਾਕੂਮੈਂਟਰੀ ਚ ਨੂੰ ਕਰਨਾ ਬਹੁਤ ਔਖਾ ਹੈ, ਸਮਾਂ ਜ਼ਿਆਦਾ ਲੱਗ ਰਿਹਾ ਜੀ, ਫਿਰ ਅਸੀਂ ਕਿਤਾਬ ਦੇ ਪਾਸੇ ਨੂੰ ਸੋਚਿਆ। ਪ੍ਰੋਫੈਸਰ ਸੁਖਜੀਤ ਸਿੰਘ ਹੁਣਾਂ ਦੇ ਇਹ ਸੀਗਾ ਵੀ ਇਹਨੂੰ ਕਿਤਾਬ ਚ ਕਰੀ। ਸਾਡੇ ਕੁਝ ਹੋਰ ਮਿੱਤਰ ਸੀਗੇ ਜਿਹਨੇ ਕਿ ਇਹਨੂੰ ਕਿਤਾਬ ਚ ਕਰਨਾ ਚਾਹੀਦਾ ਆਪਾਂ ਨੂੰ, ਤਾਂ ਇੰਜ ਇੱਕ ਕਿਤਾਬ ਲਿਖ ਦਿੱਤੀ ਗਈ। ਪ੍ਰੋਫੈਸਰ ਸੁਖਜੀਤ ਹੋਰਾਂ ਨਾਲ ਗੱਲ ਕਰਦੇ ਹਾਂ ਕਿਉਂਕਿ ਇਹਨਾਂ ਦੀ ਕਲਮ ਤੋਂ ਇੱਕ ਵਾਕਿਆ ਜਿਹੜਾ ਨਿਕਲਿਆ ਤਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਬਾਰੇ ਜਾਣਕਾਰੀ ਹੈ। ਸੁਖਜੀਤ ਜੀ, ਕਿਸੇ ਐਸੀ ਘਟਨਾ ਦਾ ਜ਼ਿਕਰ ਇਸ ਕਿਤਾਬ ਦੇ ਵਿੱਚ ਜਿਸ ਤੋਂ ਬਾਅਦ ਤੁਹਾਨੂੰ ਵੀ ਲੱਗਿਆ ਕਿ ਵਾਕਈ ਲਿਖਣੀ ਬਣਦੀ ਹੈ ਕਿਤਾਬ, ਕਿ ਇਸ ਤਰ੍ਹਾਂ ਵੀ ਕੁਝ ਵਾਪਰਿਆ? ਕਈ ਵਾਰ ਆਪਾਂ ਕਈ ਘਟਨਾਵਾਂ ਪੜ੍ਹਦੇ ਹਾਂ ਤਾਂ ਰੂਹ ਝੰਜੋੜੀ ਜਾਂਦੀ ਹੈ ਕਿ ਇਦਾਂ ਵੀ ਹੋਇਆ। ਦੇਖੋ, 2-3 ਤਰੀਕੇ ਨੇ ਘਟਨਾਵਾਂ ਨੂੰ ਦੇਖਣ ਦੇ। ਜਿਸ ਤਰੀਕੇ ਦੇ ਨਾਲ ਅਸੀਂ ਜਬਲਪੁਰ ਦੀ ਇੱਕ ਐਗਜ਼ਾਮਪਲ ਲੈ ਲੈਣੇ ਆ ਤਾਂ ਜਬਲਪੁਰ ਦੇ ਵਿੱਚ ਉਹਨਾਂ ਤਿੰਨਾਂ ਪੱਖਾਂ ਨੂੰ ਪੂਰਾ ਕੀਤਾ ਜਾ ਸਕਦਾ ਆ। ਇੱਕ ਪੱਖ ਇਹ ਹੈ ਕਿ ਤੁਹਾਡਾ ਨੁਕਸਾਨ ਹੋਇਆ, ਜਿਸ ਤਰ੍ਹਾਂ ਅਸੀਂ ਦਿੱਲੀ ਦੇ ਵਿੱਚ ਸੁਣਦੇ ਆ ਜਾਂ ਅਸੀਂ ਬੁਕਾਰੋ ਦੇ ਵਿੱਚ ਸੁਣਿਆ, ਸਿੱਖਾਂ ਦੇ ਉੱਪਰ ਹਮਲੇ ਕੀਤੇ ਗਏ। ਦੂਸਰਾ ਜਿਹੜਾ ਹੁਣੇ ਗੁਰਜੰਟ ਸਿੰਘ ਗੱਲ ਕਰ ਰਹੇ ਸੀ ਕਿ ਸਿੱਖਾਂ ਨੇ ਅੱਗੋਂ ਮੁਕਾਬਲਾ ਕੀਤਾ। ਜਬਲਪੁਰ ਦੇ ਘਮਾਪੁਰ ਇੱਕ ਇਲਾਕਾ ਹੈਗਾ, ਉੱਥੇ ਕੀ ਹੁੰਦਾ ਹੈ, ਕਾਂਚਕਰ ਦੇ ਨਾਮ ਨਾਲ ਵੀ ਉਸ ਇਲਾਕੇ ਨੂੰ ਜਾਣਿਆ ਜਾਂਦਾ ਹੈ।
ਸ਼ਹਿਰ ਦੇ ਸਭ ਤੋਂ ਅਮੀਰ ਸਿੱਖ ਪਰਿਵਾਰ ਕੁਝ ਉੱਥੇ ਰਹਿੰਦੇ ਨੇ, ਉਹਨਾਂ ਦੇ ਘਰ ਦੇ ਉੱਪਰ ਹਮਲਾ ਹੁੰਦਾ ਆ, ਗੁਰੂ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੁੰਦੀ ਹੈ। ਉਸ ਤੋਂ ਬਾਅਦ ਉਹ ਪਰਿਵਾਰ ਦੇ ਜਿਹੜੇ ਮੈਂਬਰ ਨੇ ਬਿਲਕੁਲ ਨਾਲ ਇੱਕ ਹਿੰਦੂ ਵੀਰ ਆ, ਉਹਨਾਂ ਦੇ ਘਰ ਦੇ ਵਿੱਚ ਰਹਿੰਦੇ ਨੇ, ਉਹਨਾਂ ਦੇ ਵੱਲੋਂ ਰੱਖਿਆ ਜਾਂਦਾ ਉਹਨਾਂ ਨੂੰ। ਜਿਹੜੇ ਵਿਪਰਵਾਦੀ ਗੁੰਡੇ ਆਉਂਦੇ ਨੇ ਉੱਥੇ, ਉਹ ਉਹਨਾਂ ਦੇ ਘਰ ਨੂੰ ਅੱਗ ਲਾਉਂਦੇ ਨੇ, ਘਰ ਦਾ ਸਮਾਨ ਜਿਹੜਾ ਹੈਗਾ ਉਹ ਸਾਰੇ ਦਾ ਸਾਰਾ ਸੜ ਕੇ ਸੁਆਹ ਹੁੰਦਾ ਆ। ਬਾਅਦ ਦੇ ਵਿੱਚ ਉਹਨਾਂ ਨੂੰ ਪਤਾ ਲੱਗਦਾ ਕਿ ਉਹਦੇ ਘਰ ਬੈਠੇ ਨੇ, ਉਹਦੇ ਘਰ ਜਾ ਕੇ ਇਹ ਮੰਗਿਆ ਜਾਂਦਾ, ਉਹਨੂੰ ਕਿਹਾ ਜਾਂਦਾ ਕਿ ਉਹਦੀਆਂ ਬਹੁ ਬੇਟੀਆਂ ਸਾਨੂੰ ਚਾਹੀਦੀਆਂ ਨੇ। ਤਾਂ ਕੇਸ ਨੀਚਤਾ ਦੀ ਕਿਸ ਹੱਦ ਦੇ ਤੱਕ ਲੋਕ ਜਾ ਸਕਦੇ ਨੇ ਜਾਂ ਗਏ ਨੇ, ਉਹ ਸਾਨੂੰ ਬਿਲਕੁਲ ਸਪਸ਼ਟ ਹੁੰਦਾ ਇਹਨਾਂ ਘਟਨਾਵਾਂ ਤੋਂ। ਸਾਰੀਆਂ ਘਟਨਾਵਾਂ ਦੀ ਇਦਾਂ ਦੀ ਸਮਾਨਤਾ ਰਹੀ ਹੈ। ਯਾਨੀ ਕੁਝ ਹਿੰਦੂ ਪਰਿਵਾਰਾਂ ਨੇ ਮਦਦ ਵੀ ਕੀਤੀ ਸਿੱਖ ਪਰਿਵਾਰਾਂ ਦੀ। ਜੀ ਬਿਲਕੁਲ, ਮੁਸਲਮਾਨ ਪਰਿਵਾਰਾਂ ਨੇ ਵੀ ਮਦਦ ਕੀਤੀ ਹੈ, ਹਿੰਦੂ ਪਰਿਵਾਰਾਂ ਨੇ ਵੀ ਕੀਤੀ ਹੈ, ਹਨਾ। ਜਿੱਥੇ ਹਮਲਾ ਕਰਨ ਵਾਲੇ ਵੀ ਸੀਗੇ, ਉੱਥੇ ਹੀ ਮਦਦ ਕਰਨ ਵਾਲੇ ਵੀ ਲੋਕ ਸੀਗੇ। ਬਿਲਕੁਲ 1947 ਦੇ ਦੌਰ ਦੇ ਵਿੱਚ ਵੀ ਜਿਵੇਂ ਵਾਪਰਿਆ, ਤਾਂ ਇਹਨੂੰ ਜਾਤੀਵਾਦ ਦੇ ਤੌਰ ਤੇ, ਯਾਨੀ ਤੁਸੀਂ ਕਹਿੰਦੇ ਹੋ ਸਿੱਧੇ ਤੌਰ ਤੇ ਕਿ ਉਹਦੇ ਨਾਲ ਨਾ ਜੁੜਿਆ ਜਾਵੇ। ਕੁਝ ਲੋਕ ਵਿੱਚ ਹੁੰਦੇ ਨੇ ਜਿਨ੍ਹਾਂ ਨੇ ਨਾ ਧਰਮ ਦੇਖਿਆ, ਨਾ ਜਾਤ ਵੇਖੀ, ਨਾ ਭਾਈਚਾਰਾ ਦੇਖਿਆ, ਔਰ ਇਹ ਨਰਸੰਹਾਰ ਕੀਤਾ। ਪਰ ਕੁਝ ਉਹਦੇ ਵਿੱਚ ਫਰਿਸ਼ਤੇ ਦੇ ਰੂਪ ਦੇ ਵਿੱਚ ਵੀ ਸੀ। ਦੇਖੋ, ਪਛਾਣ ਨੂੰ ਅਦਾਲਤਾਂ ਬਣਾਇਆ ਹੀ ਗਿਆ ਜੀ, ਹਨਾ। ਨਸਲਕੁਸ਼ੀ ਦਾ ਨਾ ਪਹਿਲਾ ਜਿਹੜਾ ਪੜਾਅ ਹੁੰਦਾ ਹੈ, ਉਹਦੇ ਚ ਪਹਿਲਾਂ ਪਛਾਣ ਨੂੰ ਆਧਾਰ ਬਣਾਇਆ ਜਾਂਦਾ। ਹੁਣ ਪਛਾਣ ਨੂੰ ਆਧਾਰ ਬਣਾ ਕੇ ਮੈਂ ਇੱਕ ਹੋਰ ਇੱਥੇ ਉਦਾਹਰਨ ਦੇ ਦਿੰਦਾ ਕਿ ਗਵਾਲੀਅਰ ਦੇ ਵਿੱਚ ਜਿੰਨੇ ਗੁਰਦੁਆਰਿਆਂ ਦੇ ਵਿੱਚ ਹੋਇਆ ਹਮਲਾ, ਹਰ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਤੋੜਿਆ ਭੰਨਿਆ ਗਿਆ। ਉਸ ਤੋਂ ਬਾਅਦ ਗੁਰੂ ਸਾਹਿਬ ਦੇ ਸਰੂਪ ਨੂੰ ਅਗਨ ਭੇਟ ਕੀਤਾ ਗਿਆ। ਗੁਰੂ ਸਾਹਿਬ ਦੇ ਸਰੂਪ ਨੂੰ ਅਗਨ ਭੇਟ ਕਰਨ ਤੋਂ ਬਾਅਦ ਪ੍ਰਕਾਸ਼ ਵਾਲੀ ਥਾਂ ਨੂੰ ਸਾਫ਼ ਕਰਕੇ ਉੱਥੇ ਗਣੇਸ਼ ਦੀ ਮੂਰਤੀ ਰੱਖ ਦਿੱਤੀ ਗਈ। ਜਦੋਂ ਘਟਨਾਵਾਂ ਦੀ ਸਮਾਨਤਾ ਹੋਵੇ ਤਾਂ ਉਹ ਜਿਹੜੀ ਹੈ ਨਾ, ਇੱਕ ਤਾਂ ਇਹ ਗੱਲ ਸਿੱਧ ਕਰ ਦਿੰਦੀ ਹੈ ਕਿ ਇੱਕ ਤਾਂ ਹਮਲਾਵਰ ਇੱਕੋ ਸੀ ਤੇ ਇੱਕ ਉਹਨਾਂ ਦੀ ਅਗਵਾਈ ਜਿਹੜੀ ਆ ਉਹ ਕੇਂਦਰੀ ਅਗਵਾਈ ਹੈ, ਪਿੱਛੇ ਅਗਵਾਈ ਕਰਨ ਵਾਲੇ ਬੰਦੇ ਇੱਕੋ ਨੇ। ਤਾਂ ਪਛਾਣ ਨੂੰ ਆਧਾਰ ਬਣਾ ਕੇ ਇਸ ਤਰ੍ਹਾਂ ਹੁੰਦਾ ਆ। ਠੀਕ ਹੈ ਕਿ ਕੁਝ ਲੋਕ ਜਿਨ੍ਹਾਂ ਦੇ ਅੰਦਰ ਮਨੁੱਖਤਾ ਜਾਂਦੀ ਹੈ, ਉਹ ਇਸ ਚੀਜ਼ 'ਚ ਤੁਹਾਡੇ ਨਾਲ ਖੜ ਜਾਂਦੇ ਨੇ, ਅਦਰਵਾਈਜ਼ ਪਛਾਣ ਨੂੰ ਆਧਾਰ ਬਣਾ ਕੇ ਤਾਂ ਕੀਤਾ ਗਿਆ ਹੈਗਾ। ਤੇ ਸੁਖਜੀਤ ਜੀ, ਜਦੋਂ ਤੁਸੀਂ ਇਹਨਾਂ ਨੇ ਤੁਹਾਨੂੰ ਗੁਜੰਟ ਜੀ ਹੋਰਾਂ ਨੇ ਦੱਸਿਆ, ਤਾਂ ਕਿਸ ਤਰ੍ਹਾਂ ਜ਼ਿਹਨ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਰੋਣ ਦੇ ਲਈ ਕਿਵੇਂ ਆਪਣੀ ਕਲਮ ਨੂੰ ਚਲਾਇਆ, ਔਰ ਕਿਸ ਤਰ੍ਹਾਂ ਇੱਕ ਕਿਤਾਬ ਦਾ ਫਿਰ ਰੂਪ ਤੁਸੀਂ ਦਿੱਤਾ? ਜੀ ਬਿਲਕੁਲ, ਕਿਉਂਕਿ ਅਕਸਰ ਅਸੀਂ ਗੱਲਬਾਤ ਕਰਦੇ ਰਹਿੰਦੇ ਸਾਂ ਤੇ ਇੱਕ ਤਾਂ ਇਹ ਸੀਗਾ ਕਿ ਆਮ ਸਮਝ ਜਿਹੜੀ ਆ ਉਹ ਇਹੀ ਬਣੀ ਹੈ ਕਿ ਦਿੱਲੀ ਦੇ ਵਿੱਚ ਨੁਕਸਾਨ ਹੋਇਆ। ਤੁਸੀਂ ਅਕਸਰ ਸੁਣਿਆ, ਆਪਣੇ ਜਿੰਨੇ ਸਿੱਖ ਰਾਜਨੀਤਿਕ ਆਗੂ ਨੇ ਜਾਂ ਪ੍ਰਚਾਰਕ ਨੇ ਜਾਂ ਆਮ ਲੋਕਾਂ ਦੀ, ਸਿੱਖਾਂ ਦੀ ਸਮਝ ਵੀ ਇਹੀ ਸੀ ਕਿ ਦਿੱਲੀ ਦੇ ਹਵਾਲੇ ਨਾਲ ਗੱਲ ਹੁੰਦੀ ਸੀ, ਦਿੱਲੀ ਸਿੱਖ ਨਸਲਕੁਸ਼ੀ ਕਹੀ ਜਾਂਦੀ। ਹਾਂਜੀ, ਬਟ ਜਦੋਂ ਅਸੀਂ ਚੀਜ਼ਾਂ ਨੂੰ ਪੜ੍ਹਦੇ ਹਾਂ ਜਾਂ ਜਦੋਂ ਪੜ੍ਹਿਆ ਤੇ ਉਹ ਲੱਗਿਆ ਕਿ ਬਹੁਤ ਵਿਸ਼ਾਲ ਇਹਦਾ ਘੇਰਾ ਹੈਗਾ। ਤੇ ਜਦੋਂ ਘੇਰਾ ਵਿਸ਼ਾਲ ਆ ਤਾਂ ਉੱਥੇ ਹੋਇਆ ਕਿ ਤਾਂ ਉਸ ਨੂੰ ਜਾਣਨਾ ਬੜਾ ਲਾਜ਼ਮੀ ਬਣ ਜਾਂਦਾ ਆ। ਇੱਕ ਤਾਂ ਇਹ ਕਾਰਨ ਸੀ ਕਿ ਉਸ ਵਿਸ਼ਾਲਤਾ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਂਦਾ ਜਾਵੇ। ਦੂਸਰਾ ਇਹ ਹੈ ਕਿ ਇਸ ਤੋਂ ਇਲਾਵਾ ਕੁਝ ਅਣਛੂਹੇ ਪੱਖ ਸੀਗੇ, ਜਿਸ ਤਰ੍ਹਾਂ ਸਿੱਖ ਗੁਰੂ ਅਦਬ ਦੇ ਵਿੱਚ ਸ਼ਹੀਦ ਹੋਏ ਨੇ। ਬਹੁਤ ਜਗ੍ਹਾ ਨਾ ਸਿੱਖਾਂ ਨੇ ਗੁਰੂ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਜਾਂ ਗੁਰਦੁਆਰਾ ਸਾਹਿਬ ਦੀ ਬੇਅਦਬੀ ਨੂੰ ਬਚਾਉਣ ਦੇ ਲਈ ਇਕੱਲੇ ਸਿੱਖ ਨੇ ਸ਼ਹੀਦੀ ਦਿੱਤੀ ਹੈ। ਤੀਸਰਾ ਸੀ ਕਿ ਜਿੱਥੇ ਜਿੱਥੇ ਸਿੱਖ ਜੂਝੇ, ਜਿੱਥੇ ਸਿੱਖ ਬਹਾਦਰੀ ਦੇ ਨਾਲ ਲੜੇ, ਉੱਥੇ ਉਹਨਾਂ ਦਾ ਨੁਕਸਾਨ ਨਹੀਂ ਹੋਇਆ। ਤਾਂ ਇਹ ਕੁਝ ਅਣਛੂਹੇ ਪੱਖ ਜਿਹੜੇ ਨੇ, ਕਿਉਂਕਿ ਹੁਣ ਤੱਕ ਇੱਕ ਪੱਖ ਜਿਹੜਾ ਜ਼ਿਆਦਾਤਰ ਉਹ ਸਾਹਮਣੇ ਸੀਗਾ, ਤਾਂ ਇਹਨਾਂ ਪੱਖਾਂ ਨੂੰ ਸਾਹਮਣੇ ਲਿਆਉਣ ਦੇ ਲਈ ਜਿਹੜਾ ਫਿਰ ਇਹ ਕੰਮ ਕੀਤਾ ਗਿਆ ਸੀਗਾ। ਜਿਵੇਂ ਆਪਾਂ ਗੱਲ ਕਰਦੇ ਸੀ ਨਾ ਹੁਣੇ ਬਹਾਦਰੀ ਦੀ, ਹੋਈ ਮੈਂ ਤੁਹਾਨੂੰ ਦੱਸਦਾ, ਉਹਦੇ 'ਚ ਹੁਣ ਜਬਲਪੁਰ ਦੇ ਵਿੱਚ ਇੱਕ ਪ੍ਰੇਮ ਨਗਰ ਹੈ। ਪ੍ਰੇਮ ਨਗਰ ਦੇ ਵਿੱਚ ਇੱਕ ਸਿੱਖ ਪ੍ਰੀਤਮ ਸਿੰਘ ਆਪਣੇ ਘਰ ਤੋਂ ਕੁਝ ਦੂਰ ਗੁਰਦੁਆਰਾ ਸਾਹਿਬ ਦੇ ਲਈ ਜਾਂਦੇ ਨੇ। ਜਾਣ ਲੱਗਿਆਂ ਨੂੰ ਮਾਂ ਕਹਿੰਦੀ ਹੈ ਕਿ ਉੱਥੇ ਜਿਹੜੇ ਸਿੰਘ ਹੋਣਗੇ ਜਾਂ ਸਿੰਘਣੀਆਂ ਹੋਣਗੀਆਂ, ਭੁੱਖੇ ਹੋਣਗੇ, ਘਰ ਦੇ ਵਿੱਚ ਸੀਤਾਫਲ ਦਾ ਬੂਟਾ ਲੱਗਿਆ, ਉਹ ਸੀਤਾਫਲ ਤੋੜ ਕੇ ਦੇ ਦਿੰਦੇ ਨੇ। ਜਾਂਦਿਆਂ ਹੋਇਆਂ 3 ਵਾਰ ਭੀੜ ਪੈਂਦੀ ਹੈ ਉਹਨਾਂ ਨੂੰ ਰਸਤੇ ਦੇ ਵਿੱਚ ਮਾਰਨ ਦੇ ਲਈ। ਜਦੋਂ ਹਮਲਾਵਰ ਮਾਰਨ ਦੇ ਲਈ ਪੈਂਦੇ ਨੇ, ਉਹ ਲਿਫਾਫੇ ਦੇ ਵਿੱਚੋਂ ਸੀਤਾਫਲ ਕੱਢਦੇ ਨੇ, ਕਿਉਂਕਿ ਸ਼ੇਪ ਹੈਂਡ ਗ੍ਰੇਨੇਡ ਵਰਗੀ ਹੁੰਦੀ ਹੈ। ਉਹ ਕਹਿੰਦੇ ਨੇ ਕਿ ਮੇਰੇ ਕੋਲ ਗ੍ਰੇਨੇਡ ਹੈ, ਵੀ ਮੈਂ ਤੁਹਾਨੂੰ ਮਾਰੂੰਗਾ। ਇੱਕ ਤਰੀਕੇ ਦੇ ਨਾਲ ਬੜੀ ਉਥੋਂ ਫੁਰਤੀ ਦੇ ਨਾਲ ਉਹਨਾਂ ਤੋਂ ਬਚਾ ਕਰਕੇ ਗੁਰਦੁਆਰਾ ਸਾਹਿਬ ਪਹੁੰਚਦੇ ਨੇ। ਗੁਰਦੁਆਰਾ ਸਾਹਿਬ ਦੇ ਵਿੱਚ 150 ਪਰਿਵਾਰ ਉੱਥੇ 4 ਸਿੰਘਾਂ ਦੇ ਵੱਲੋਂ ਲਿਆਂਦਾ ਗਿਆ। ਔਰ ਬਾਅਦ ਦੇ ਵਿੱਚ 3 ਨਵੰਬਰ ਨੂੰ ਉੱਥੇ ਘਟਨਾ ਹੁੰਦੀ ਹੈ। ਸ਼ਹਿਰ ਦੇ ਕਿਸੇ ਇਲਾਕੇ ਦੇ ਵਿੱਚ ਕਿਸੇ ਸਿੱਖ ਦਾ ਟਰੱਕ ਜਿਹੜਾ ਉਹ ਹਮਲਾਵਰਾਂ ਦੇ ਵੱਲੋਂ ਨੁਕਸਾਨਿਆ ਜਾਂਦਾ ਆ। ਉਹ ਟਰੱਕ ਨੁਕਸਾਨੇ ਜਾਣ ਤੋਂ ਬਾਅਦ ਉਸ ਨੂੰ ਉੱਥੇ ਕਿਸੇ ਸੁਰੱਖਿਅਤ ਜਗ੍ਹਾ ਤੇ ਲਗਾ ਕੇ, ਉਹਦਾ ਪਿੱਛੇ ਵਾਲਾ ਜਿਹੜਾ ਧੁਰਾ ਹੁੰਦਾ ਟਰੱਕ ਦਾ, ਉਹਨੂੰ ਖੋਲ ਲਿਆਉਂਦੇ ਨੇ ਕਿ ਕੋਈ ਪਤਾ ਨਹੀਂ ਕਿੰਨੇ ਦਿਨ ਉੱਥੇ ਰਹਿਣਾ ਪੈ ਜਾਂਦਾ, ਵੀ ਉਨੇ ਦਿਨ ਉਹਦੀ ਰਿਪੇਅਰ ਕਰ ਲਵਾਂਗੇ ਆਪਾਂ। ਉਹਦਾ ਧੁਰਾ ਖੋਲ ਕੇ ਜਿਹੜੀ ਨੀਚੇ ਸ਼ਾਫਟ ਹੁੰਦੀ ਹੈ ਧੁਰੇ ਦੇ ਨਾਲ, ਪ੍ਰੋਪੈਲਰ ਸ਼ਾਫਟ, ਉਸ ਨੂੰ ਇੱਕ ਟਰੱਕ ਦੇ ਮਗਰ ਬੰਨਿਆ ਜਾਂਦਾ ਧੁਰੇ ਸਮੇਤ, ਔਰ ਰੇੜ ਕੇ ਗੁਰਦੁਆਰਾ ਸਾਹਿਬ ਦੇ ਵੱਲ ਲੈ ਆਉਂਦੇ ਨੇ। ਸ਼ਹਿਰ ਦੇ ਵਿੱਚ ਇਹ ਅਫਵਾਹ ਫੈਲ ਜਾਂਦੀ ਹੈ ਕਿ ਸਿੱਖ ਤੋਪ ਲਿਆਏ। ਹੁਣ ਜਬਲਪੁਰ ਦੇ ਲੋਕ ਇਹ ਮੰਨਦੇ ਨੇ, ਉਹਨਾਂ ਨੇ ਦੱਸਿਆ ਕਿ
ਸ਼ਹਿਰ ਦੇ ਵਿੱਚ ਬੰਬ ਦੀ ਅਫਵਾਹ ਫੈਲਣ ਤੋਂ ਬਾਅਦ ਉਹ ਸੀਤਾਫਲ ਤੋਂ ਬੰਬ ਦੀ ਅਫਵਾਹ ਫੈਲਦੀ ਹੈ। ਬੰਬ ਤੇ ਤੋਪ ਦੀ ਅਫਵਾਹ ਫੈਲਣ ਤੋਂ ਬਾਅਦ ਉੱਥੇ ਮਿਲਟਰੀ ਲੱਗੀ ਹੈ। ਸ਼ਹਿਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਦੁਆਲੇ ਫੌਜ ਲੱਗਦੀ ਹੈ, ਪੁਲਿਸ ਲੱਗਦੀ ਹੈ। ਇਸ ਗੱਲ ਦੀ ਇਨਕੁਆਇਰੀ ਹੁੰਦੀ ਹੈ ਤੇ ਉਹ ਲੋਕ ਕਹਿੰਦੇ ਨੇ ਕਿ ਜੇਕਰ ਹਾਲਾਂਕਿ ਜਬਲਪੁਰ ਦੇ ਵਿੱਚ ਬਹੁਤ ਨੁਕਸਾਨ ਹੋਇਆ, ਲੇਕਿਨ ਜੇ ਪ੍ਰੇਮ ਨਗਰ ਇਲਾਕੇ ਦੇ ਵਿੱਚ ਨੁਕਸਾਨ ਘੱਟ ਹੋਇਆ ਆ ਤਾਂ ਉਹ ਇਹਨਾਂ ਦੋ ਘਟਨਾਵਾਂ ਦੀ ਇੱਕ ਅਫਵਾਹ ਫੈਲਣ ਕਰਕੇ ਘੱਟ ਹੋਇਆ ਨੁਕਸਾਨ। ਜਿਵੇਂ ਆਪਾਂ ਗੁਰੂ ਅਦਬ ਚ ਜੂਝਣ ਦੀ ਗੱਲ ਕਰਦੇ ਸਾਂ, ਗੁਰਦੁਆਰਾ ਗੁਰੂ ਸਤ ਸੰਗਤ ਦਰਬਾਰ ਹੈਗਾ LIG ਰੋਡ ਤੇ, ਉੱਥੇ ਹੁਣ ਇੱਕੋ ਸਿੱਖ ਤਕਰੀਬਨ 2.5 ਤੋਂ 3 ਘੰਟੇ ਜੂਝਦਾ ਆ। ਪੱਟੀ ਤਰਨਤਾਰਨ ਇਲਾਕੇ ਤੋਂ ਸਿੰਘ ਗਿਆ ਸੀਗਾ, 10-12 ਦਿਨ ਪਹਿਲਾਂ ਹੀ ਉੱਥੇ ਗਿਆ ਸੀ ਸੇਵਾ ਦੇ ਲਈ। ਉਹਦਾ ਅਸਲ ਨਾਮ ਨਾ ਉਹਨਾਂ ਨੂੰ ਪਤਾ ਲੱਗ ਸਕਿਆ, ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ, ਨਾ ਸਾਨੂੰ ਪਤਾ ਲੱਗ ਸਕਿਆ। ਉਹ ਜੇਕਰ ਤੁਹਾਡੇ ਦਰਸ਼ਕ ਦੇਖਦੇ ਨੇ ਤਾਂ ਜਰੂਰ ਦੱਸਣ ਕਿ ਕਿਹੜਾ ਸਿੰਘ ਸੀ, ਉਹ ਪਛਾਣ ਹੋਵੇ। 10-12 ਦਿਨ ਪਹਿਲਾਂ ਉੱਥੇ ਜਾਂਦਾ ਆ, ਜਦੋਂ ਉੱਥੇ ਹਮਲਾਵਰ ਹਮਲਾ ਕਰਦੇ ਨੇ ਗੁਰਦੁਆਰਾ ਸਾਹਿਬ ਤੇ, ਉਹ ਬਾਹਰ ਇਕੱਲਾ 2.5 ਤੋਂ 3 ਘੰਟੇ ਤਕਰੀਬਨ 500 ਬੰਦਿਆਂ ਦੇ ਨਾਲ ਜੂਝਦਾ ਆ। ਇੰਨੇ ਬੰਦਿਆਂ ਦੇ ਨਾਲ ਜੂਝਣ ਤੋਂ ਬਾਅਦ ਉਹਨੂੰ ਸ਼ਹੀਦ ਕਰਕੇ ਤੇ ਉਹ ਲੋਕ ਵਾਪਸ ਮੁੜਦੇ ਨੇ। ਚਸ਼ਮਦੀਦਾਂ ਨੇ ਦੱਸਿਆ ਕਿ ਉਹਨਾਂ ਦੇ ਬੋਲ ਸਨ ਵੀ ਰਹੀ ਇਹ तो एक था, अंदर पता नहीं कितने लोग हैं, इतना ताकत पता नहीं कहां से लाते हैं ये लोग। ਤਾਂ ਜਿੱਥੇ ਵੀ ਸਿੱਖ ਜੂਝੇ ਨੇ ਇਹ ਵਾਲਾ ਪੱਖ ਸੀਗਾ ਜੀ, ਉਹ ਗੁਰੂ ਅਦਬ ਚ ਜੂਝੇ। ਯਾਨੀ ਉਹਨਾਂ ਦੀ ਪਛਾਣ ਨਹੀਂ ਹੋ ਸਕੀ, ਹਾਂ ਬੋਰਡ 'ਚ ਵੀ ਨਹੀਂ ਹੈ ਪਛਾਣ। ਇਹ ਪਛਾਣ ਹੋ ਨਹੀਂ ਸਕੀ ਜਾਂ ਇਹ ਪੱਖ ਸਾਹਮਣੇ ਵੀ ਨਹੀਂ ਆ ਸਕੇ। ਕੇਵਲ ਇੱਕ ਪੱਖ ਆਇਆ ਸੀ ਕਿ ਸਾਡਾ ਨੁਕਸਾਨ ਹੋਇਆ, ਪਰ ਜਿੱਥੇ ਅਸੀਂ ਜੂਝੇ ਆ ਲੋਕਾਂ ਨੇ ਕਿਹਾ ਉਸ ਸਿੰਘ ਦੀ ਪਛਾਣ ਨਹੀਂ ਹੋ ਸਕੀ, ਤੁਸੀਂ ਕਹਿ ਰਹੇ ਹੋ। ਉਸ ਸਿੰਘ ਦੀ ਵੀ ਪਛਾਣ ਨਹੀਂ ਹੋਈ। ਹੁਣ ਉੱਥੇ ਇਹ ਦੱਸਿਆ ਗਿਆ ਲੋਕਾਂ ਦੇ ਵੱਲੋਂ, ਕਹਿੰਦੇ ਕਿ ਜਦੋਂ ਖਾਸ ਕਰਕੇ ਜੇਕਰ ਉਸ ਵੇਲੇ ਲੋਕ ਸੰਤ ਜਰਨੈਲ ਸਿੰਘ ਨੂੰ ਮਿਲਦੇ ਸਨ ਤਾਂ ਸਾਨੂੰ ਲੱਗਣਾ, ਉਹਨਾਂ ਨੇ ਕਹਿਣਾ ਕਿ ਵੀ ਜਿਸ ਤਰੀਕੇ ਨਾਲ ਇਹ ਕਹਿੰਦੇ ਨਾ ਵੀ ਥੋੜੇ ਤਗੜੇ ਰਿਹਾ ਕਰੋ, ਪੰਜਾਬ ਤੋਂ ਬਾਹਰ ਬੈਠੇ ਹੋ, ਮਾੜੇ ਸਮੇਂ ਦਾ ਪਤਾ ਨਹੀਂ ਹੁੰਦਾ, ਤੇ ਅਸੀਂ ਕਹਿਣਾ ਵੀ ਸਾਧ ਲੋਕਾਂ ਦੇ ਮੁੰਡੇ ਮਰਵਾਊਗਾ। ਪਰ ਜਦੋਂ ਸਾਡੇ ਤੇ ਚੀਜ਼ਾਂ ਵਾਪਰੀਆਂ ਸੀ, ਇਹ ਮਹਿਸੂਸ ਕੀਤਾ ਕਿ ਹਾਂ ਉਹ ਠੀਕ ਸੀਗੇ। ਤਾਂ ਜਿੱਥੇ ਵੀ ਜੂਝੇ ਨੇ ਇਹ ਪੱਖ ਔਰ ਅਦਬ ਵਾਲਾ ਪੱਖ, ਇਹ ਦੋਵੇਂ ਇੱਕ ਨਵੇਂ ਪੱਖ ਸੀਗੇ ਜਿਹੜੇ ਪਾਠਕਾਂ ਦੇ ਸਾਹਮਣੇ ਲਿਆਉਣੇ, ਆਮ ਲੋਕਾਂ ਦੇ ਸਾਹਮਣੇ। ਔਰ ਤੀਸਰਾ ਜਿਹੜੀ ਆਪਾਂ ਗੱਲ ਕੀਤੀ ਕਿ ਦਿੱਲੀ ਤੋਂ ਪਰੇ ਬਹੁਤ ਕੁਝ ਹੋਇਆ, ਇਹ ਪੱਖ ਲੋਕਾਂ ਦੇ ਸਾਹਮਣੇ ਲਿਆਉਣੇ ਬੜੇ ਲਾਜ਼ਮੀ ਸਨ, ਜਿਹਦੇ ਕਰਕੇ ਇਹਨੂੰ ਕਲਮਬੰਦ ਕਰਨ ਦਾ ਜਿਹੜਾ ਕਾਰਜ ਉਹ ਸੋਚਿਆ ਗਿਆ ਸੀਗਾ। ਪ੍ਰੋਫੈਸਰ ਸਾਹਿਬ, ਵਾਕਈ ਤੁਸੀਂ ਜਿਸ ਤਰ੍ਹਾਂ ਦੀਆਂ ਕੁਝ ਕੁ ਗੱਲਾਂ, ਕਿਉਂਕਿ ਕੁਝ ਸ਼ਬਦਾਂ ਦੇ ਵਿੱਚ ਤੁਸੀਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਕਿਤਾਬ ਦੇ ਵਿੱਚ ਕਿਸ ਤਰ੍ਹਾਂ ਦਾ ਜ਼ਿਕਰ ਹੈ, ਸੁਨੇਹਾ ਕੀ ਦੇਣਾ ਚਾਹੁੰਦੇ ਹੋ? ਹੁਣ ਇਹ ਕਿਤਾਬ ਲਿਖਣਾ, ਕਿਤਾਬ ਛਪਾਉਣਾ, ਕੀ ਲੱਗਦਾ ਤੁਹਾਨੂੰ ਕਿ ਇਸ ਦਾ ਸੁਨੇਹਾ ਕਿੱਥੋਂ ਤੱਕ ਤੁਹਾਨੂੰ ਲੱਗਦਾ ਹੈ ਜਾਏਗਾ? ਇਸ ਕਿਤਾਬ ਨੂੰ ਛਪਾਉਣ ਦਾ ਤੁਹਾਨੂੰ ਕੀ ਲੱਗਦਾ ਹੈ ਕਿ ਸਿੱਖੀ ਨੂੰ ਜਾਂ ਫਿਰ ਆਉਣ ਵਾਲੀਆਂ ਨਸਲਾਂ ਨੂੰ ਕਿਸ ਤਰ੍ਹਾਂ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਹੋ? ਦੇਖੋ, ਇਤਿਹਾਸ ਸਿਰਜਿਆ ਜਾਂਦਾ, ਉਹ ਪੜਨ ਦੇ ਲਈ ਸਿਰਜਿਆ ਜਾਂਦਾ, ਕੌਮਾਂ ਦੀ ਅਗਵਾਈ ਹੁੰਦੀ ਹੈ ਹਨਾ। ਭਵਿੱਖ ਦੇ ਵਿੱਚ ਕੌਮਾਂ ਨੇ ਪੁਰਾਣੇ ਇਤਿਹਾਸ ਤੋਂ ਸੇਧ ਲੈਣੀ ਹੁੰਦੀ ਹੈ। ਤਾਂ ਜਿੰਨੇ ਪਾਠਕ ਜਿਨ੍ਹਾਂ ਨੇ ਇਹਨੂੰ ਪੜ੍ਹਨਾ ਆ, ਉਹਨਾਂ ਦੇ ਲਈ ਅਸੀਂ ਆਸ ਕਰਦੇ ਹਾਂ ਕਿ ਇੱਕ ਚੰਗੀ ਸੇਧ ਦੇ ਲਈ ਹੋਏਗੀ, ਚੰਗੀ ਸੇਧ ਦੇਵੇਗੀ ਕਿਤਾਬ। ਇਸ ਤੋਂ ਚੰਗੇ ਅੰਦਾਜ਼ੇ ਜਾਂ ਭਵਿੱਖ ਦੀ ਚੰਗੀ ਰਣਨੀਤੀ ਜਿਹੜੀ ਹੈ ਉਹ ਸਿੱਖ ਲੈ ਸਕਦੇ ਨੇ। ਤਾਂ ਸਿੱਖ ਨਸਲਕੁਸ਼ੀ ਦਾ ਖੁਰਾ ਖੋਜ, ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ, ਤਾਂ 6 ਸੂਬਿਆਂ ਨਾਲ ਜੁੜੇ ਹੋਏ ਹਾਲਾਤਾਂ ਦਾ ਜ਼ਿਕਰ ਕੀਤਾ ਕਿ ਕੀ ਕੁਝ ਉਸ ਵੇਲੇ ਵਾਪਰਿਆ, ਕੀ ਕੁਝ ਨਵੰਬਰ 1984 ਦੇ ਵਿੱਚ ਵਾਪਰਿਆ। ਸਿਰਫ ਦਿੱਲੀ ਨਸਲਕੁਸ਼ੀ ਦਾ ਜ਼ਿਕਰ ਹੁੰਦਾ, ਪਰ ਹੋਰ ਸੂਬਿਆਂ ਦੇ ਵਿੱਚ ਕੀ ਕੁਝ ਹੋਇਆ ਜਾਂ ਫਿਰ ਕਿੱਥੇ ਸਿੱਖਾਂ ਨੇ ਬਹਾਦਰੀ ਨਾਲ ਮੁਕਾਬਲਾ ਵੀ ਕੀਤਾ। ਅਜਿਹੀਆਂ ਘਟਨਾਵਾਂ ਦਾ ਰਿਕਾਰਡ ਦੇ ਨਾਲ ਇਹਨਾਂ ਨੇ ਖੋਜ ਕੀਤੀ ਔਰ ਇੱਕ ਕਿਤਾਬ ਦਾ ਰੂਪ ਦਿੱਤਾ ਤਾਂ ਕਿ ਆਉਣ ਵਾਲੀਆਂ ਨਸਲਾਂ ਨੂੰ ਇਸ ਦੇ ਬਾਰੇ ਜਾਣੂ ਕਰਵਾਇਆ ਜਾ ਸਕੇ। ਕੈਮਰਾਮੈਨ ਰਜਿੰਦਰ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਚੰਡੀਗੜ੍ਹ।